Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 188ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। 188ਵੇਂ ਅੰਗ ਦੇ ਪਹਿਲੇ ਹੀ ਸ਼ਬਦ ਦੇ ਵਿੱਚ ਗੁਰੂ ਜੀ ਉਸ ਇਨਸਾਨ ਦੀ ਗੱਲ ਪਏ ਕਰਦੇ ਹਨ ਜਿਹਦੀ ਕਿ ਉਸ ਪਰਮਾਤਮਾ ਦੇ ਨਾਲ ਸਾਂਝ ਬਣ ਜਾਂਦੀ ਹੈ, ਜੋ ਉਸ ਪਰਮਾਤਮਾ ਨੂੰ ਸਮਝ ਲੈਂਦਾ ਹੈ। ਗੌੜੀ ਮਹਿਲਾ ਪੰਜਵਾਂ। ਜਾਕੋ ਤੁਮ ਭਏ ਸਮਰੱਥ ਅੰਗਾ, ਤਾਕੋ ਕਛ ਨਾਹੀ ਕਾਲੰਗਾ। ਸਮਰੱਥ ਸ਼ਬਦ ਉਸ ਪਰਮਾਤਮਾ ਦੇ ਲਈ ਵਰਤਿਆ ਗਿਆ ਹੈ ਜਿਹੜਾ ਕਿ ਸਭ ਕੁਝ ਕਰਨ ਦੇ ਸਮਰੱਥ ਹੈ। ਕੋਈ ਵੀ ਚੀਜ਼, ਕੋਈ ਵੀ ਕਾਰਜ ਜਿਹਦੀ ਪਹੁੰਚ ਤੋਂ ਬਾਹਰ ਨਹੀਂ ਹੈ। ਤੇ ਅੰਗਾ ਤੋਂ ਭਾਵ ਹੈ ਸਹਾਈ, ਕਿ ਜਾਕੋ ਤੁਮ ਭਏ ਸਮਰੱਥ ਅੰਗਾ, ਕਿ ਹੇ ਸਭ ਤਾਕਤਾਂ ਦੇ ਮਾਲਕ ਪਰਮਾਤਮਾ, ਜਿਸ ਮਨੁੱਖ ਦਾ ਤੂੰ ਸਹਾਈ ਬਣ ਜਾਂਦਾ ਹੈ। ਤਾਕੋ ਕਛ ਨਾਹੀ ਕਾਲੰਗਾ। ਕਾਲੰਗਾ ਤੋਂ ਭਾਵ ਕਲੰਕ ਜਾਂ ਕੋਈ ਦਾਗ, ਕਿ ਜਿਸ ਮਨੁੱਖ ਦਾ ਤੂੰ ਸਹਾਈ ਬਣ ਜਾਂਦਾ ਹੈ ਉਹਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਕਲੰਕ ਜਾਂ ਦਾਗ ਨਹੀਂ ਲੱਗ ਸਕਦਾ। ਉਹਦੀ ਮੱਤ ਨੂੰ ਕਿਸੇ ਵੀ ਵਿਕਾਰ ਦਾ ਕਲੰਕ ਨਹੀਂ ਲੱਗ ਸਕਦਾ। ਮਾਧੋ ਜਾਕੋ ਹੈ ਆਸ ਤੁਮਾਰੀ, ਤਾਕੋ ਕਛ ਨਾਹੀ ਸੰਸਾਰੀ ਰਹਾਉ। ਮਾਧੋ ਸ਼ਬਦ ਵੀ ਪਰਮਾਤਮਾ ਦੇ ਲਈ ਵਰਤਿਆ ਗਿਆ ਹੈ ਤੇ ਇਸ ਦਾ ਅਰਥ ਹੈ ਮਾਇਆ ਦਾ ਪਤੀ। ਜਿਸ ਸਮੇਂ ਦੇ ਵਿੱਚ ਇਹ ਬਾਣੀ ਲਿਖੀ ਗਈ ਹੈ ਉਸ ਸਮੇਂ ਜੋ ਸਮਾਜ ਸੀ ਉਹ ਬਹੁਤ ਹੀ ਮਰਦ ਪ੍ਰਧਾਨ ਸੀ। ਅਜੋਕੇ ਸਮੇਂ ਦੇ ਵਿੱਚ ਸੰਸਾਰਕ ਪੱਧਰ ਤੇ ਬਦਲਾਅ ਆ ਰਹੇ ਹਨ। ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾ ਰਿਹਾ ਹੈ, ਪਰ ਕਈ ਸ਼੍ਰੇਣੀਆਂ, ਕਈ ਸਮਾਜ ਅਜੇ ਵੀ ਕੁਝ ਹੱਦ ਤੱਕ ਉਸੇ ਪੁਰਾਣੀ ਸੋਚ ਦੇ ਉੱਤੇ ਕਾਇਮ ਨੇ। ਸੋ ਜਦੋਂ ਇਹ ਬਾਣੀ ਲਿਖੀ ਗਈ ਉਸ ਵਕਤ ਦੇ ਮਰਦ ਪ੍ਰਧਾਨ ਸਮਾਜ ਦੇ ਵਿੱਚ ਪਤੀ ਦਾ ਆਪਣੀ ਪਤਨੀ ਦੇ ਉੱਪਰ ਬਹੁਤ ਹੀ ਜ਼ਿਆਦਾ ਰੋਹਬ ਹੁੰਦਾ ਸੀ। ਪਤਨੀ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਉਹ ਆਪਣੇ ਪਤੀ ਦੇ ਅੱਗੇ ਬੋਲ ਸਕੇ। ਇਸੇ ਲਈ ਹੀ ਉਸ ਪਰਮਾਤਮਾ ਦੇ ਲਈ ਸ਼ਬਦ ਮਾਧੋ ਜਾਣੀ ਕਿ ਮਾਇਆ ਦਾ ਪਤੀ ਵਰਤਿਆ ਗਿਆ ਹੈ। ਇਸ ਸ਼ਬਦ ਦੇ ਰਾਹੀਂ ਇਹ ਦਰਸਾਇਆ ਜਾ ਰਿਹਾ ਹੈ ਕਿ ਜੋ ਪਰਮਾਤਮਾ ਹੈ ਉਸ ਮਾਇਆ ਦੇ ਪਤੀ ਸਮਾਨ ਹੈ, ਕਿ ਪਰਮਾਤਮਾ ਦਾ ਮਾਇਆ ਦੇ ਉੱਪਰ ਪ੍ਰਭਾਵ ਹੈ। ਮਾਇਆ ਪਰਮਾਤਮਾ ਦੇ ਅੱਗੇ ਸਿਰ ਨਹੀਂ ਚੱਕ ਸਕਦੀ। ਜਿਸ ਮਨੁੱਖ ਦੀ ਉਸ ਪਰਮਾਤਮਾ ਦੇ ਨਾਲ ਸਾਂਝ ਬਣ ਜਾਵੇ ਉਹਦੇ ਅੱਗੇ ਵੀ ਮਾਇਆ ਸਿਰ ਨਹੀਂ ਚੁੱਕ ਸਕਦੀ, ਮਾਇਆ ਉਹਨੂੰ ਤੰਗ ਨਹੀਂ ਕਰ ਸਕਦੀ। ਸੋ ਮਾਧੋ ਜਾਕੋ ਹੈ ਆਸ ਤੁਮਾਰੀ, ਕਿ ਹੇ ਮਾਇਆ ਦੇ ਪਤੀ ਪ੍ਰਭੂ, ਜਿਸ ਮਨੁੱਖ ਨੂੰ ਤੇਰੇ ਤੱਕ ਆਸ ਹੋਵੇ, ਤਾਕੋ ਕਛ ਨਾਹੀ ਸੰਸਾਰੀ, ਉਹਨੂੰ ਫਿਰ ਸੰਸਾਰਕ ਜੀਵਾਂ ਤੱਕ ਕੋਈ ਆਸ ਨਹੀਂ ਰਹਿ ਜਾਂਦੀ। ਤਰਾਸਦੀ ਦੀ ਗੱਲ ਹੈ ਕਿ ਅਸੀਂ ਮਨੁੱਖ ਜੋ ਹਾਂ, ਸਾਡੀਆਂ ਜ਼ਿਆਦਾਤਰ ਆਸਾਂ ਸੰਸਾਰਕ ਜੀਵਾਂ ਤੇ ਹੀ ਹੁੰਦੀਆਂ ਹਨ। ਪਰਮਾਤਮਾ ਤੇ ਅਸੀਂ ਬਹੁਤ ਘੱਟ ਆਸ ਰੱਖਦੇ ਹਾਂ। ਜਾਕਾ ਹਿਰਦੈ ਠਾਕੁਰ ਹੋਏ, ਤਾਕੋ ਸਹਸਾ ਨਾਹੀ ਕੋਏ। ਸਹਸਾ ਤੋਂ ਭਾਵ ਸਹਿਮ, ਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਮਾਲਕ ਪ੍ਰਭੂ ਵਸਦਾ ਹੋਵੇ। ਜਾਕਾ ਹਿਰਦੈ ਠਾਕੁਰ ਹੋਏ, ਤਾਕੋ ਸਹਸਾ ਨਾਹੀ ਕੋਏ, ਉਹਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਸਹਿਮ ਨਹੀਂ ਰਹਿ ਜਾਂਦਾ। ਜਾਕੋ ਤੁਮ ਦੀਨੀ ਪ੍ਰਭ ਧੀਰ, ਤਾਕੈ ਨਿਕਟ ਨਾ ਆਵੈ ਪੀਰ। ਧੀਰ ਤੋਂ ਭਾਵ ਧੀਰਜ ਅਤੇ ਪੀਰ ਤੋਂ ਭਾਵ ਪੀੜ, ਕਿ ਜਿਸ ਮਨੁੱਖ ਨੂੰ ਹੇ ਪ੍ਰਮਾਤਮਾ ਤੂੰ ਧੀਰਜ ਬਖਸ਼ਦਾ ਹੈ, ਕਿਸੇ ਵੀ ਪ੍ਰਕਾਰ ਦੀ ਪੀੜ, ਕਿਸੇ ਵੀ ਪ੍ਰਕਾਰ ਦਾ ਦੁੱਖ ਕਲੇਸ਼ ਉਸ ਦੇ ਨੇੜੇ ਨਹੀਂ ਆਉਂਦਾ। ਤਾਕੈ ਨਿਕਟ ਨਾ ਆਵੈ ਪੀਰ। ਕਹੋ ਨਾਨਕ ਮੈਂ ਸੋ ਗੁਰ ਪਾਇਆ, ਪਾਰ ਬ੍ਰਹਮ ਪੂਰਨ ਦੇਖਾਇਆ। ਹੇ ਨਾਨਕ, ਇਹ ਆਖ ਕਿ ਮੈਂ ਅਜਿਹਾ ਗੁਰੂ ਲੱਭ ਲਿਆ ਹੈ
ਜਿਸਨੇ ਕਿ ਮੈਨੂੰ ਸਰਵ ਵਿਆਪਕ ਬੇਅੰਤ ਪਰਮਾਤਮਾ ਦਿਖਾ ਦਿੱਤਾ ਹੈ। ਤੇ ਸਾਧ ਸੰਗਤ ਜੀ, ਸਾਨੂੰ ਵੀ ਇਹੀ ਆਖਣਾ ਚਾਹੀਦਾ ਹੈ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਉਹ ਗੁਰੂ ਮਿਲ ਗਿਆ ਹੈ ਜੋ ਸਾਨੂੰ ਉਸ ਪਰਮਾਤਮਾ ਦੇ ਦਰਸ਼ਨ ਕਰਵਾ ਸਕਦਾ ਹੈ, ਜੋ ਸਾਡੀ ਸਾਂਝ ਉਸ ਪਰਮਾਤਮਾ ਦੇ ਨਾਲ ਪਵਾ ਸਕਦਾ ਹੈ। ਲੋੜ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੱਲਾਂ ਨੂੰ, ਸਿੱਖਿਆਵਾਂ ਨੂੰ ਸਮਝ ਕੇ ਆਪਣੀਆਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਲੈ ਕੇ ਆਈਏ। ਗੌੜੀ ਮਹਿਲਾ ਪੰਜਵਾਂ। ਦੁਲਵ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਹੇ ਮਨੁੱਖ, ਤੂੰ ਬੜੇ ਵੱਡੇ ਭਾਗਾਂ ਵਾਲਾ ਹੈ ਜੋ ਤੈਨੂੰ ਇਹ ਦੁਰਲੱਭ ਦੇ ਮਿਲੀ ਹੈ। ਦੁਰਲੱਭ ਮਨੁੱਖਾ ਸਰੀਰ ਮਿਲਿਆ ਹੈ, ਤੇ ਜੇ ਇਹ ਮਨੁੱਖਾ ਸਰੀਰ ਹਾਸਲ ਕਰਕੇ ਵੀ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਦਾ, ਨਾਮ ਨਾ ਜਪੇ ਤੇ ਆਤਮ ਘਾਤੀ, ਤਾਂ ਇਹਦਾ ਮਤਲਬ ਤੂੰ ਆਤਮ ਘਾਤ ਕਰ ਰਿਹਾ ਹੈ। ਆਪਣੇ ਆਪ ਨੂੰ ਆਪ ਹੀ ਆਤਮਕ ਮੌਤੇ ਮਾਰ ਰਿਹਾ ਹੈ। ਮਰ ਨਾ ਜਾਹੀ ਜਿਨ੍ਹਾਂ ਵਿਸਰਤ ਰਾਮ। ਇਹ ਸ਼ਬਦ ਸਵਾਲੀਆ ਤਰੀਕੇ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਨ੍ਹਾਂ ਨੂੰ ਰਾਮ ਦਾ ਨਾਮ ਵਿਸਰ ਜਾਏ, ਜਿਨ੍ਹਾਂ ਨੂੰ ਉਹ ਪਰਮਾਤਮਾ ਭੁੱਲ ਜਾਏ, ਕੀ ਉਹ ਮਰ ਨਹੀਂ ਜਾਂਦੇ? ਮਰ ਨਾ ਜਾਹੀ ਜਿਨ੍ਹਾਂ ਵਿਸਰਤ ਰਾਮ। ਨਾਮ ਬਿਹੂਨ ਜੀਵਨ ਕੌਣ ਕਾਮ ਰਹਾਓ। ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜੀਵਨ ਕਿਸ ਕੰਮ ਦਾ ਹੈ। ਖਾਤ ਪੀਤ ਖੇਲਤ ਹਸਤ ਵਿਸਥਾਰ। ਜੋ ਮਨੁੱਖ ਹੈ ਉਹਨੇ ਆਪਣੀ ਵਿਰਤੀ ਖਾਣ ਪੀਣ ਹੱਸਣ ਖੇਡਣ ਦੇ ਵਿੱਚ ਲਗਾਈ ਹੋਈ ਹੈ। ਖਾਣ ਪੀਣ ਹੱਸਣ ਖੇਡਣ ਦਾ ਹੀ ਖਿਲਾਰਾ ਖਿਲਾਰਿਆ ਹੋਇਆ ਹੈ। ਕਵਨ ਅਰਥ ਮਿਰਤਕ ਸਿਗਾਰ। ਪਰ ਮੁਰਦੇ ਨੂੰ ਸ਼ਿੰਗਾਰ ਕਰਨ ਦਾ ਕੀ ਫਾਇਦਾ। ਜਦੋਂ ਕੋਈ ਇਨਸਾਨ ਮਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਨੂੰ ਜੋ ਮਰਜ਼ੀ ਹਾਰ ਸ਼ਿੰਗਾਰ ਅਸੀਂ ਕਰੀ ਚੱਲੀਏ, ਉਹਦਾ ਕੋਈ ਫਾਇਦਾ ਨਹੀਂ ਹੈ। ਉਸ ਮੁਰਦੇ ਨੂੰ ਉਹਨਾਂ ਹਾਰ ਸ਼ਿੰਗਾਰਾਂ ਦਾ ਕੋਈ ਭਾਅ ਨਹੀਂ ਹੈ। ਉਸੇ ਪ੍ਰਕਾਰ ਹੀ ਜਦੋਂ ਤੁਸੀਂ ਆਤਮਕ ਮੌਤੇ ਮਰ ਜਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਤੇ ਤੁਹਾਡੇ ਮਨ ਨੂੰ ਹੱਸਣ ਖੇਡਣ ਤੇ ਖਾਣ ਪੀਣ ਦਾ ਕੋਈ ਭਾਅ ਨਹੀਂ ਰਹਿ ਜਾਂਦਾ। ਹੁਣ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਹੱਸਣਾ ਖੇਡਣਾ ਜਾਂ ਖਾਣਾ ਪੀਣਾ ਹੀ ਛੱਡ ਦਈਏ। ਜੋ ਜ਼ਰੂਰੀ ਹੈ ਉਹ ਹੈ ਕਿ ਆਪਣੇ ਆਪ ਨੂੰ ਆਤਮਕ ਮੌਤ ਤੋਂ ਬਚਾ ਕੇ ਰੱਖੀਏ, ਆਪਣੇ ਆਪ ਨੂੰ ਵਿਕਾਰਾਂ ਦੇ ਹੱਲਿਆਂ ਤੋਂ ਬਚਾ ਕੇ ਰੱਖੀਏ। ਤੇ ਇਸ ਨੂੰ ਬਚਾਉਣ ਦਾ ਤਰੀਕਾ ਹੈ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ। ਕਿਉਂਕਿ ਪਹਿਲੀ ਪੰਕਤੀ ਦੇ ਵਿੱਚ ਗੁਰੂ ਜੀ ਨੇ ਕਿਹਾ ਹੈ ਕਿ ਨਾਮ ਨਾ ਜਪੇ ਤੇ ਆਤਮ ਘਾਤੀ। ਕਿ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ, ਤਾਂ ਆਤਮ ਘਾਤ ਕਰ ਲੈਂਦਾ ਹੈ। ਸੋ ਉਸ ਆਤਮ ਘਾਤ ਤੋਂ ਜੇ ਬਚਣਾ ਹੈ ਤਾਂ ਪਰਮਾਤਮਾ ਦਾ ਨਾਮ ਜਪਦੇ ਰਹੀਏ। ਜੋ ਨਾ ਸੁਣੇ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਦ ਜੋਨ ਤੇ ਮੰਦਾ। ਜਿਹੜਾ ਮਨੁੱਖ ਉਹ ਪਰਮ ਆਨੰਦ ਬਖਸ਼ਣ ਵਾਲੀ ਬਾਣੀ, ਪਰਮ ਆਨੰਦ ਬਖਸ਼ਣ ਵਾਲਾ ਜਸ, ਪਰਮ ਆਨੰਦ ਬਖਸ਼ਣ ਵਾਲੀ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨਹੀਂ ਸੁਣਦਾ, ਜੋ ਨਾ ਸੁਣੇ ਜਸ ਪਰਮਾਨੰਦਾ, ਪਸ਼ੂ ਪੰਖੀ ਤ੍ਰਿਗਦ ਜੋਨ ਤੇ ਮੰਦਾ। ਉਹਦੀ ਜੂਨ ਪਸ਼ੂ ਪੰਛੀਆਂ ਵਾਲੀ ਹੋ ਜਾਂਦੀ ਹੈ, ਮੰਦੀ ਹੋ ਜਾਂਦੀ ਹੈ, ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਤੋਂ ਵੀ ਭੈੜੀ ਹੋ ਜਾਂਦੀ ਹੈ। ਤ੍ਰਿਗਦ ਤੋਂ ਭਾਵ ਉਹ ਜੀਵ ਜਿਹੜੇ ਸਿੱਧੇ ਨਹੀਂ ਚੱਲਦੇ। ਸਿੱਧੇ ਤੋਂ ਭਾਵ ਕਿ ਜਿਸ ਪ੍ਰਕਾਰ ਬਹੁਤੇ ਜੀਵ ਨੇ ਜਿਨ੍ਹਾਂ ਕੋਲ ਪੈਰ ਹਨ ਚੱਲਣ ਦੇ ਲਈ, ਪਰ ਬਹੁਤੇ ਅਜਿਹੇ ਜੀਵ ਨੇ ਜਿਨ੍ਹਾਂ ਕੋਲ ਪੈਰ ਨਹੀਂ ਹਨ। ਉਹਨਾਂ ਵਿੱਚੋਂ ਇੱਕ ਹੈ ਸੱਪ, ਜਿਸ ਨੂੰ ਕਿ ਆਪਣਾ ਪੇਟ ਰਗੜ ਕੇ ਚੱਲਣਾ ਪੈਂਦਾ ਹੈ। ਸੋ ਗੁਰੂ ਜੀ ਕਹਿ ਰਹੇ ਹਨ ਕਿ ਜਦੋਂ ਤੁਸੀਂ ਉਸ ਸਿਫਤ ਸਲਾਹ ਦੀ ਬਾਣੀ ਨੂੰ ਨਹੀਂ ਸੁਣਦੇ, ਨਹੀਂ ਸਮਝਦੇ, ਤਾਂ ਤੁਹਾਡੀ ਜੂਨ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਤੋਂ ਵੀ ਭੈੜੀ ਹੋ ਜਾਂਦੀ ਹੈ। ਜਿਸ ਪ੍ਰਕਾਰ ਕਿ ਪਹਿਲੇ ਵੀ ਕਈ ਵਾਰ ਗੱਲ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਬਾਣੀ ਹੈ ਉਹਦਾ ਮੇਨ ਮਕਸਦ ਹੈ ਸਾਡੇ ਮਨ ਨੂੰ ਸਥਿਰ ਕਰਨਾ। ਸੋ ਸਰੀਰਕ ਤੌਰ 'ਤੇ ਅਸੀਂ ਬਹੁਤ ਸੁੱਖ ਆਨੰਦ ਦੇ ਵਿੱਚ ਹੋ ਸਕਦੇ ਹਾਂ, ਪਰ ਜਦ ਤੱਕ ਸਾਡਾ ਮਨ ਸੁੱਖ ਆਨੰਦ ਦੇ ਵਿੱਚ ਨਹੀਂ ਹੈ, ਜਦ ਤੱਕ ਸਾਡਾ ਮਨ ਸਥਿਰ ਨਹੀਂ ਹੈ, ਭਟਕਦਾ ਫਿਰਦਾ ਹੈ, ਤਦ ਤੱਕ ਇਹ ਕਹਿਣਾ
ਬਿਲਕੁਲ ਵਾਜਿਬ ਹੈ ਕਿ ਸਾਡੀ ਜੋ ਜੂਨ ਹੈ ਉਹ ਜੀਵ ਜੰਤੂਆਂ ਤੋਂ ਵੀ ਭੈੜੀ ਹੈ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਕੇਵਲ ਨਾਮ ਰਿਦ ਮਾਹੇ ਸਮਾਇਆ। हे ਨਾਨਕ, ਇਹ ਆਖ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਆਪਣਾ ਉਪਦੇਸ਼ ਪੱਕਾ ਕਰ ਦਿੱਤਾ ਹੈ, ਉਸ ਦੇ ਹਿਰਦੇ ਵਿੱਚ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ। ਉਹਦਾ ਪ੍ਰੇਮ, ਉਹਦਾ ਸਨੇਹ ਪਰਮਾਤਮਾ ਦੇ ਨਾਮ ਦੇ ਨਾਲ ਪੈ ਜਾਂਦਾ ਹੈ। ਗੌੜੀ ਮਹਿਲਾ ਪੰਜਵਾਂ। ਕਾਕੀ ਮਾਈ ਕਾਕੋ ਬਾਪ, ਨਾਮ ਧਰੀਕ ਝੂਠੇ ਸਭ ਸਾਕ। ਅਸਲ ਦੇ ਵਿੱਚ ਸਦਾ ਲਈ ਨਾ ਕੋਈ ਕਿਸੇ ਦੀ ਮਾਂ ਹੈ, ਨਾ ਕੋਈ ਕਿਸੇ ਦਾ ਬਾਪ ਹੈ। ਸਭ ਨਾਸਵੰਤ ਹਨ, ਇੱਕ ਦਿਨ ਉਹਨਾਂ ਨੇ ਚਲੇ ਜਾਣਾ ਹੈ। ਇਹ ਜੋ ਰਿਸ਼ਤੇ ਹਨ ਇਹ ਸਭ ਨਾਮ ਧਰੀਕ ਹਨ, ਨਾਮ ਮਾਤਰ ਹਨ। ਨਾਮ ਧਰੀਕ ਝੂਠੇ ਸਭ ਸਾਕ। ਝੂਠੇ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹ ਸਦਾ ਕਾਇਮ ਨਹੀਂ ਰਹਿੰਦੇ। ਇੱਕ ਦਿਨ ਇਹਨਾਂ ਰਿਸ਼ਤਿਆਂ ਨੇ ਖਤਮ ਹੋ ਜਾਣਾ ਹੁੰਦਾ ਹੈ। ਇਨਸਾਨ ਜੋ ਹੈ ਨਾਸਵੰਤ ਹੈ, ਸਦਾ ਲਈ ਜਿਉਂਦਾ ਨਹੀਂ ਰਹਿ ਸਕਦਾ। ਕਾਹੇ ਕਉ ਮੂਰਖ ਪਖਲਾਇਆ, ਮਿਲ ਸੰਜੋਗ ਹੁਕਮ ਤੂੰ ਆਇਆ ਰਹਾਓ। हे ਮੂਰਖ, ਤੂੰ ਕਿਉਂ ਵਿਲਕ ਰਿਹਾ ਹੈ? ਪਖਲਾਇਆ ਤੋਂ ਭਾਵ ਬਰੜਾਉਣਾ। ਜਿਸ ਪ੍ਰਕਾਰ ਸੁਪਨਿਆਂ ਦੇ ਵਿੱਚ ਕਈ ਵਾਰ ਇਨਸਾਨ ਬੋਲਣ ਲੱਗ ਜਾਂਦਾ ਹੈ, ਉਹਨੂੰ ਅਜਿਹਾ ਪ੍ਰਤੀਤ ਹੋ ਰਿਹਾ ਹੁੰਦਾ ਹੈ ਜਿਵੇਂ ਕਿ ਉਹ ਸੁਪਨਾ ਅਸਲ ਦੇ ਵਿੱਚ ਹਕੀਕਤ ਹੋਵੇ। ਤੇ ਉਸੇ ਪ੍ਰਕਾਰ ਹੀ ਗੁਰੂ ਜੀ ਕਹਿੰਦੇ ਹਨ ਕਿ ਤੂੰ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਸੰਯੋਗ ਬਸ ਇਹਨਾਂ ਰਿਸ਼ਤਿਆਂ ਦੇ ਵਿੱਚ ਮਿਲਿਆ ਹੈ। ਸੰਯੋਗ ਬਸ ਤੈਨੂੰ ਮਾਂ ਬਾਪ ਭੈਣ ਭਾਈ ਮਿਲੇ ਹਨ, ਪਰ ਹੈ ਇਹ ਇੱਕ ਸੁਪਨੇ ਮਾਤਰ ਹੀ। ਜਿਨ੍ਹਾਂ ਦੇ ਲਈ ਤੂੰ ਬਰੜਾ ਰਿਹਾ ਹੈ ਉਹਨਾਂ ਨੇ ਇੱਕ ਦਿਨ ਚਲੇ ਜਾਣਾ ਹੈ। ਇਹ ਸੁਪਨਾ ਇੱਕ ਦਿਨ ਟੁੱਟ ਜਾਣਾ ਹੈ ਤੇ ਹਕੀਕਤ ਸਾਹਮਣੇ ਆ ਜਾਣੀ ਹੈ ਕਿ ਉਹ ਸਦਾ ਲਈ ਇੱਥੇ ਨਹੀਂ ਰਹਿ ਸਕਦੇ। ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾ ਕੌਣ ਰੋਤ। ਸਾਰੇ ਹੀ ਜੀਵ ਇੱਕੋ ਮਿੱਟੀ ਦੇ ਬਣੇ ਹੋਏ ਹਨ। ਸਾਰਿਆਂ ਦੇ ਵਿੱਚ ਇੱਕ ਹੀ ਪਰਮਾਤਮਾ ਦੀ ਜੋਤ ਹੈ। ਸਭ ਵਿੱਚ ਇੱਕੋ ਜਿਹੇ ਹੀ ਪ੍ਰਾਣ ਹਨ। ਇਹ ਸਾਰੇ ਜੋ ਤੱਤ ਹਨ ਉਦੋਂ ਤੱਕ ਇਕੱਠੇ ਹਨ ਜਦ ਤੱਕ ਪਰਮਾਤਮਾ ਦਾ ਹੁਕਮ ਹੈ, ਤੇ ਜਦੋਂ ਪਰਮਾਤਮਾ ਦਾ ਹੁਕਮ ਹੋਇਆ ਤਾਂ ਇਹਨਾਂ ਤੱਤਾਂ ਨੇ ਵੱਖਰੇ ਹੋ ਜਾਣਾ ਹੈ ਤੇ ਅਸੀਂ ਕਹਿ ਦਿੰਦੇ ਹਾਂ ਕਿ ਇਨਸਾਨ ਪੂਰਾ ਹੋ ਗਿਆ ਹੈ, ਮਰ ਗਿਆ ਹੈ। ਜਦੋਂ ਇਹ ਅਟੱਲ ਸੱਚਾਈ ਹੈ ਕਿ ਕੋਈ ਵੀ ਇਨਸਾਨ ਸਦਾ ਦੇ ਲਈ ਜੀਵਤ ਨਹੀਂ ਰਹਿ ਸਕਦਾ, ਤਾਂ ਫਿਰ ਅਸੀਂ ਕਿਉਂ ਰੋਂਦੇ ਹਾਂ? ਜਦੋਂ ਕੋਈ ਚਲਾ ਜਾਂਦਾ ਹੈ ਤਾਂ ਉਹਨੂੰ ਅਸੀਂ ਉਸ ਪਰਮਾਤਮਾ ਦੀ ਮਰਜ਼ੀ ਸਮਝ ਕੇ, ਉਹਦਾ ਹੁਕਮ ਸਮਝ ਕੇ ਮੰਨ ਕਿਉਂ ਨਹੀਂ ਲੈਂਦੇ? ਮੇਰਾ ਮੇਰਾ ਕਰ ਵਿਲਲਾਹੀ, ਮਰਨ ਹਾਰ ਇਹ ਜੀਅਰਾ ਨਾਹੀ। ਜਦ ਕੋਈ ਇਨਸਾਨ ਚਲਾ ਜਾਂਦਾ ਹੈ ਤੇ ਉਹਦੇ ਜੋ ਸਾਕ ਸੰਬੰਧੀ ਹਨ ਉਹ ਮੇਰਾ ਮੇਰਾ ਕਰਕੇ ਵਿਲਕਦੇ ਹਨ ਕਿ ਇਹ ਜੋ ਮਰ ਗਿਆ ਮੇਰਾ ਬਾਪ ਸੀ ਜਾਂ ਮੇਰੀ ਮਾਂ ਸੀ ਜਾਂ ਮੇਰਾ ਸਾਕ ਸੰਬੰਧੀ ਸੀ। ਪਰ ਗੁਰੂ ਜੀ ਕਹਿੰਦੇ ਕਿ ਇਸ ਗੱਲ ਨੂੰ ਚੇਤੇ ਰੱਖੋ ਕਿ ਮਰਨ ਹਾਰ ਇਹ ਜੀਅਰਾ ਨਾਹੀ। ਜੀਅਰਾ ਤੋਂ ਭਾਵ ਜਿੰਦ, ਕਿ ਸਾਡੀ ਜੋ ਜਿੰਦ ਹੈ ਉਹ ਮਰਨ ਹਾਰ ਨਹੀਂ ਹੈ। ਜੋ ਮਰਦਾ ਹੈ ਉਹ ਸਰੀਰ ਹੈ, ਜੀਵ ਆਤਮਾ ਤੇ ਜੀਵਤ ਹੀ ਰਹਿੰਦੀ ਹੈ। ਕਹੋ ਨਾਨਕ ਗੁਰ ਖੋਲੇ ਕਪਾਟ, ਮੁਕਤ ਭਏ ਬਿਨਸੇ ਭਰਮ ਥਾਟ। हे ਨਾਨਕ, ਇਹ ਆਖ ਕਿ ਗੁਰੂ ਨੇ ਆਪਣੀਆਂ ਸਿੱਖਿਆਵਾਂ ਦੇ ਨਾਲ ਮੇਰੀ ਬੁੱਧੀ ਦੇ ਬੰਦ ਪਏ ਕਪਾਟ ਖੋਲ੍ਹ ਦਿੱਤੇ ਹਨ। ਉਹ ਅਜਿਹੇ ਖੁੱਲ੍ਹੇ ਹਨ ਕਿ ਮੈਂ ਮੋਹ ਦਿਆਂ ਬੰਧਨਾਂ ਤੋਂ ਮੁਕਤ ਹੋ ਗਿਆ ਹਾਂ। ਮੇਰੇ ਸਾਰੇ ਭਰਮ ਮੁੱਕ ਗਏ ਹਨ, ਮੇਰੀਆਂ ਸਾਰੀਆਂ ਭਟਕਣਾਂ ਦੂਰ ਹੋ ਗਈਆਂ ਹਨ। ਗੌੜੀ ਮਹਿਲਾ ਪੰਜਵਾਂ। ਵੱਡੇ ਵੱਡੇ ਜੋ ਦੀਸੈ ਲੋਗ, ਤਿਨ ਕਉ ਵਿਆਪੈ ਚਿੰਤਾ ਰੋਗ। ਇਹ ਵਾਲਾ ਸ਼ਬਦ ਜੋ ਹੈ ਬੜਾ ਹੀ ਮਹੱਤਵਪੂਰਨ ਹੈ, ਬੜਾ ਹੀ ਪ੍ਰੈਕਟੀਕਲ ਹੈ। ਸਾਡੀਆਂ ਜ਼ਿੰਦਗੀਆਂ ਦੇ ਵਿੱਚ ਝਾਤ ਮਾਰ ਕੇ ਇਸ ਸ਼ਬਦ ਦੇ ਰਾਹੀਂ ਅਸੀਂ ਆਪਣੇ ਆਪ ਨੂੰ ਘੋਖ ਪੜਤਾਲ ਸਕਦੇ ਹਾਂ। ਗੁਰੂ ਜੀ ਕਹਿੰਦੇ ਕਿ ਵੱਡੇ ਵੱਡੇ ਜੋ ਦੀਸੈ ਲੋਗ, ਤਿਨ ਕਉ ਵਿਆਪੈ ਚਿੰਤਾ ਰੋਗ। ਕਿ ਇਹ ਜੋ ਵੱਡੇ ਵੱਡੇ ਧਨਾੜ ਲੋਕ ਸਾਨੂੰ ਨਜ਼ਰ ਆਉਂਦੇ ਨੇ, ਵੱਡੀਆਂ ਵੱਡੀਆਂ ਪਦਵੀਆਂ 'ਤੇ ਬੈਠੇ ਹੋਏ ਲੋਕ ਸਾਨੂੰ ਨਜ਼ਰ ਆਉਂਦੇ ਨੇ,
ਇਹਨਾਂ ਸਭ ਨੂੰ ਚਿੰਤਾ ਦਾ ਰੋਗ ਲੱਗਿਆ ਹੋਇਆ ਹੈ। ਧਨਾੜ ਨੂੰ ਚਿੰਤਾ ਹੈ ਕਿ ਕਿਤੇ ਉਹ ਗਰੀਬ ਨਾ ਹੋ ਜਾਵੇ, ਕਿਤੇ ਉਹਦਾ ਨੁਕਸਾਨ ਨਾ ਹੋ ਜਾਵੇ। ਉੱਚੀਆਂ ਪਦਵੀਆਂ ਤੇ ਬੈਠੇ ਮਨੁੱਖਾਂ ਨੂੰ ਚਿੰਤਾ ਹੈ ਕਿ ਕਿਸੇ ਵੀ ਪ੍ਰਕਾਰ ਕਿਤੇ ਉਹਨਾਂ ਦੀ ਪਦਵੀ ਛੁੱਟ ਨਾ ਜਾਵੇ। ਚਿੰਤਾ ਹੀ ਚਿੰਤਾ ਹੈ। ਕੌਣ ਵੱਡਾ ਮਾਇਆ ਵਡਿਆਈ, ਮਾਇਆ ਵੱਲੋਂ ਬਖਸ਼ੀ ਹੋਈ ਇਸ ਵਡਿਆਈ ਕਿਸੇ ਨੂੰ ਵੱਡਾ ਨਹੀਂ ਬਣਾ ਦਿੰਦੀ। ਸੋ ਵੱਡਾ ਜਿਨ ਰਾਮ ਲਿਵ ਲਾਈ ਰਹਾਉ। ਅਸਲ ਦੇ ਵਿੱਚ ਵੱਡਾ ਉਹ ਹੈ ਜਿਹਨੇ ਪਰਮਾਤਮਾ ਦੇ ਨਾਲ ਲਿਵ ਲਾਈ ਹੋਈ ਹੈ, ਪਰਮਾਤਮਾ ਦੇ ਨਾਲ ਲਗਨ ਜੋੜੀ ਹੋਈ ਹੈ। ਭੂਮੀਆ ਭੂਮ ਉੱਪਰ ਨਿਤ ਲੂਝੈ। ਭੂਮੀਆ ਤੋਂ ਭਾਵ ਭੂਮੀ ਦਾ ਮਾਲਕ, ਜ਼ਮੀਨਾਂ ਜਾਇਦਾਦਾਂ ਦਾ ਮਾਲਕ, ਤੇ ਲੂਝੈ ਤੋਂ ਭਾਵ ਲੜਾਈ ਝਗੜਾ। ਕਿ ਜੋ ਭੂਮੀਆ ਹੈ, ਜੋ ਜ਼ਮੀਨ ਦਾ ਮਾਲਕ ਹੈ, ਭੂਮ ਉੱਪਰ ਜ਼ਮੀਨ ਦੀ ਖਾਤਰ ਨਿਤ ਲੂਝੈ, ਨਿਤ ਲੜਦਾ ਝਗੜਦਾ ਰਹਿੰਦਾ ਹੈ ਦੂਜਿਆਂ ਦੇ ਨਾਲ ਕਿ ਕਿਤੇ ਇਹ ਮੇਰੀ ਜ਼ਮੀਨ ਦੇ ਉੱਪਰ ਕਬਜ਼ਾ ਨਾ ਕਰ ਲਵੇ। ਜਾਂ ਕਈ ਵਾਰ ਖੁਦ ਦੇ ਵਿੱਚ ਅਜਿਹੀ ਲਾਲਸਾ ਹੁੰਦੀ ਹੈ ਕਿ ਮੈਂ ਫਲਾਣੇ ਦੀ ਜ਼ਮੀਨ ਹਥਿਆ ਲਵਾਂ ਜਾਂ ਖਰੀਦ ਲਵਾਂ ਕਿਸੇ ਵੀ ਤਰੀਕੇ ਨਾਲ। ਕੁੱਲ ਮਿਲਾ ਕੇ ਕਿ ਉਸ ਜ਼ਮੀਨ ਦੀ ਮਾਲਕੀ ਦੀ ਖਾਤਰ ਇਨਸਾਨ ਜੋ ਹੈ ਇੱਕ ਦੂਜੇ ਦੇ ਨਾਲ ਲੜਦਾ ਝਗੜਦਾ ਰਹਿੰਦਾ ਹੈ। ਛੋੜ ਚੱਲੈ ਤ੍ਰਿਸ਼ਨਾ ਨਹੀਂ ਬੁਝੈ। ਸਾਰੀ ਉਮਰ ਉਹਦੀ ਜ਼ਮੀਨ ਦੀ ਮਾਲਕੀ ਦੀ ਤ੍ਰਿਸ਼ਨਾ ਨਹੀਂ ਬੁਝਦੀ ਤੇ ਆਖਿਰਕਾਰ ਜੋ ਕੁਝ ਵੀ ਹਾਸਲ ਕੀਤਾ ਸਭ ਕੁਝ ਛੱਡ ਕੇ ਇੱਥੋਂ ਚਲਾ ਵੀ ਜਾਂਦਾ ਹੈ। ਤਾਂ ਉਸ ਸਾਰੀ ਉਮਰ ਭਰ ਦੇ ਲੜਾਈ ਝਗੜਿਆਂ ਦੇ ਵਿੱਚੋਂ ਨਿਕਲਿਆ ਕੀ? ਅੰਤ ਨੂੰ ਤੇ ਛੱਡ ਕੇ ਹੀ ਜਾਣਾ ਪਿਆ। ਸਦਾ ਲਈ ਤੇ ਉਹ ਤੁਹਾਡੀ ਰਹੀ ਹੀ ਨਹੀਂ। ਇਹਦੇ ਨਾਲੋਂ ਚੰਗਾ ਇਹ ਨਹੀਂ ਕਿ ਜਿੰਨੀ ਕੁ ਵੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਸਾਡੇ ਕੋਲ ਹੈ, ਜੋ ਵੀ ਹੈ, ਉਹਦਾ ਅਸੀਂ ਆਨੰਦ ਮਾਣੀਏ ਤੇ ਆਨੰਦ ਮਾਣਦੇ ਹੋਏ ਸਥਿਰ ਮਨ ਦੇ ਨਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਜਾਈਏ। ਫਾਲਤੂ ਦੇ ਲੜਾਈ ਝਗੜਿਆਂ ਦੇ ਵਿੱਚ ਕਿਉਂ ਪੈਂਦੇ ਹਾਂ? ਖੱਟ ਕੀ ਲੈਂਦੇ ਹਾਂ ਇਹਨਾਂ ਸਭ ਦੇ ਵਿੱਚੋਂ? ਲੜਾਈ ਝਗੜਿਆਂ ਦੇ ਨਾਲ ਹੋ ਸਕਦਾ ਹੈ ਤੁਸੀਂ ਕੋਈ ਮਾਲਕੀ ਹਾਸਲ ਕਰ ਲਵੋ, ਪਰ ਉਹ ਸਾਰੀ ਜੋ ਪ੍ਰਕਿਰਿਆ ਸੀ ਉਹਦੇ ਦੌਰਾਨ ਤੁਹਾਡੇ ਮਨ ਦੇ ਉੱਪਰ ਜੋ ਕਹਿਰ ਢਿਹਾ ਹੈ, ਉਹਦਾ ਮੁੱਲ ਜ਼ਮੀਨ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਸਰੀਰਕ ਤੌਰ ਤੇ ਤੁਸੀਂ ਉਹ ਜ਼ਮੀਨ ਹਾਸਲ ਕਰ ਲਈ ਹੈ, ਪਰ ਮਾਨਸਿਕ ਤੌਰ ਤੇ ਤੁਸੀਂ ਬਹੁਤ ਵੱਡਾ ਨੁਕਸਾਨ ਉਠਾਇਆ ਹੈ। ਇਸ ਗੱਲ ਨੂੰ ਚਿੱਤੇ ਦੇ ਵਿੱਚ ਰੱਖੀਏ। ਕਹੋ ਨਾਨਕ ਇਹ ਤੱਤ ਵਿਚਾਰਾ। ਹੇ ਨਾਨਕ, ਇਹ ਆਖ ਕਿ ਅਸੀਂ ਵਿਚਾਰ ਕਰਕੇ ਇਹ ਤੱਤ ਕੱਢਿਆ ਹੈ, ਬਿਨ ਹਰ ਭਜਨ ਨਾਹੀ ਛੁਟਕਾਰਾ। ਪਰਮਾਤਮਾ ਦੇ ਭਜਨ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਜਦ ਤੱਕ ਅਸੀਂ ਪਰਮਾਤਮਾ ਦੇ ਲੜ ਨਹੀਂ ਲੱਗਦੇ, ਤਦ ਤੱਕ ਅਸੀਂ ਇਸੇ ਪ੍ਰਕਾਰ ਹੀ ਜ਼ਮੀਨਾਂ ਜਾਇਦਾਦਾਂ ਦੇ ਪਦਵੀਆਂ ਦੇ ਝਗੜਿਆਂ ਦੇ ਵਿੱਚ ਫਸੇ ਰਵਾਂਗੇ। ਅਗਲਾ ਜੋ ਸ਼ਬਦ ਹੈ, ਇਸ ਸ਼ਬਦ ਦੇ ਵਿੱਚ ਪੂਰਨਤਾ ਦੀ ਗੱਲ ਹੋ ਰਹੀ ਹੈ। ਸੰਸਾਰਕ ਪੱਧਰ ਤੇ ਜੋ ਕੁਝ ਵੀ ਅਸੀਂ ਕਰਦੇ ਹਾਂ ਉਹਦੇ ਵਿੱਚ ਕਿਤੇ ਨਾ ਕਿਤੇ ਉਕਾਈਆਂ ਰਹਿ ਜਾਂਦੀਆਂ ਨੇ। ਫਿਰ ਤੋਂ ਗੱਲ ਸਾਡੇ ਮਨ ਦੀ ਹੀ ਹੋ ਰਹੀ ਹੈ। ਉਕਾਈ ਕਿਵੇਂ ਰਹਿ ਜਾਂਦੀ ਹੈ? ਊਣਤਾ ਕਿਵੇਂ ਰਹਿ ਜਾਂਦੀ ਹੈ ਕਿ ਅਸੀਂ ਜੋ ਕੁਝ ਵੀ ਕਰਦੇ ਹਾਂ ਉਹਦੇ ਵਿੱਚੋਂ ਆਨੰਦ ਤਾਂ ਪ੍ਰਾਪਤ ਕਰਦੇ ਹਾਂ, ਪਰ ਉਹ ਆਨੰਦ ਸਥਾਈ ਨਹੀਂ ਹੁੰਦਾ। ਉਹਦਾ ਸਥਾਈ ਨਾ ਹੋਣਾ ਹੀ ਉਕਾਈ ਹੈ, ਊਣਤਾ ਹੈ। ਤੇ ਜੋ ਆਨੰਦ ਅਸੀਂ ਪਰਮਾਤਮਾ ਦੇ ਨਾਲ ਜੁੜ ਕੇ ਉਹਦੀ ਨਾਮ ਭਗਤੀ ਦੇ ਵਿੱਚੋਂ ਪ੍ਰਾਪਤ ਕਰਦੇ ਹਾਂ, ਉਹ ਸਥਾਈ ਹੈ, ਉਹ ਸੰਪੂਰਨ ਹੈ। ਇਸੇ ਫਰਕ ਦੀ ਹੀ ਗੱਲ ਇਸ ਸ਼ਬਦ ਦੇ ਵਿੱਚ ਹੋ ਰਹੀ ਹੈ। ਗੌੜੀ ਮਹਿਲਾ ਪੰਜਵਾਂ। ਪੂਰਾ ਮਾਰਗ ਪੂਰਾ ਇਸਨਾਨ, ਸਭ ਕਿਛ ਪੂਰਾ ਹਿਰਦੈ ਨਾਮ। ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਵਸਦਾ ਹੈ, ਉਹਦਾ ਹਰੇਕ ਉਦਮ ਸੰਪੂਰਨ ਹੁੰਦਾ ਹੈ। ਪਰਮਾਤਮਾ ਦਾ ਨਾਮ ਹੀ ਸੰਪੂਰਨ ਰਸਤਾ ਹੈ। ਪਰਮਾਤਮਾ ਦਾ ਨਾਮ ਹੀ ਸੰਪੂਰਨ ਤੀਰਥ ਇਸ਼ਨਾਨ ਹੈ। ਪੂਰਾ ਮਾਰਗ ਪੂਰਾ ਇਸਨਾਨ। ਪੂਰੀ ਰਹੀ ਜਾਂ ਪੂਰਾ ਰਾਖੀ।
ਪਾਰ ਬ੍ਰਹਮ ਕੀ ਸਰਨ ਜਨ ਤਾਕੀ ਰਹਾਉ। ਜਿਹੜੇ ਮਨੁੱਖ ਨੇ ਉਸ ਪਾਰ ਬ੍ਰਹਮ ਦਾ ਆਸਰਾ ਤੱਕਿਆ, ਉਸ ਪ੍ਰਮਾਤਮਾ ਦੀ ਸ਼ਰਨ ਤੱਕੀ, ਉਹਦੀ ਇੱਜ਼ਤ ਬਣੀ ਰਹਿੰਦੀ ਹੈ, ਪੂਰੀ ਰਹੀ, ਤੋਂ ਭਾਵ ਕਿ ਉਹਦੀ ਇੱਜ਼ਤ ਸੰਪੂਰਨ ਰਹਿੰਦੀ ਹੈ ਜਾਂ ਪੂਰਾ ਰਾਖੀ, ਕਿਉਂਕਿ ਉਹਦੀ ਇੱਜ਼ਤ ਦੀ ਰਾਖੀ ਸੰਪੂਰਨ ਗੁਰੂ ਕਰਦਾ ਹੈ। ਪੂਰਾ ਸੁਖ, ਪੂਰਾ ਸੰਤੋਖ, ਪੂਰਾ ਤਪ, ਪੂਰਨ ਰਾਜ ਜੋਗ। ਪਰਮਾਤਮਾ ਦੇ ਨਾਮ ਦੇ ਵਿੱਚੋਂ ਹੀ ਸੰਪੂਰਨ ਸੁਖ ਅਤੇ ਸੰਪੂਰਨ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ। ਪਰਮਾਤਮਾ ਦੇ ਨਾਮ ਨਾਲ ਜੁੜਿਆਂ ਹੀ ਅਸੀਂ ਸੰਪੂਰਨ ਤੌਰ 'ਤੇ ਸੰਤੋਖੀ ਹੋ ਜਾਂਦੇ ਹਾਂ। ਸਾਨੂੰ ਲਾਲਸਾਵਾਂ ਨਹੀਂ ਰਹਿੰਦੀਆਂ, ਤ੍ਰਿਸ਼ਨਾਵਾਂ ਨਹੀਂ ਰਹਿੰਦੀਆਂ। ਪਰਮਾਤਮਾ ਦੇ ਨਾਮ ਵਿੱਚੋਂ ਹੀ ਅਸੀਂ ਸੰਪੂਰਨ ਤਪ ਦੀ ਪ੍ਰਾਪਤੀ ਕਰਦੇ ਹਾਂ ਅਤੇ ਪਰਮਾਤਮਾ ਦੇ ਨਾਮ ਵਿੱਚ ਹੀ ਅਸੀਂ ਸੰਪੂਰਨ ਰਾਜ ਭੋਗਦੇ ਹਾਂ। ਹਰ ਕੈ ਮਾਰਗ ਪਤਿਤ ਪੁਨੀਤ। ਉਸ ਪਰਮਾਤਮਾ ਦੇ ਨਾਮ ਦੇ ਮਾਰਗ ਦੇ ਉੱਤੇ ਚੱਲਦਿਆਂ ਜੋ ਪਤਿਤ ਹਨ, ਵਿਕਾਰਾਂ ਦੇ ਵਿੱਚ ਗ੍ਰਸਤ ਲੋਕ ਹਨ, ਉਹ ਵੀ ਪੁਨੀਤ ਹੋ ਜਾਂਦੇ ਹਨ, ਪਵਿੱਤਰ ਹੋ ਜਾਂਦੇ ਹਨ ਅਤੇ ਪਵਿੱਤਰ ਹੋ ਕੇ ਪੂਰੀ ਸੋਭਾ, ਪੂਰਾ ਲੌਕੀਕ, ਸੰਪੂਰਨ ਸ਼ੋਭਾ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਦਾ ਜੋ ਲੌਕੀਕ ਹੈ, ਵਰਤੋਂ ਵਿਹਾਰ ਹੈ, ਉਹ ਵੀ ਸੰਪੂਰਨ ਹੋ ਜਾਂਦਾ ਹੈ। ਕਰਨਹਾਰ ਸਦ ਵਸੈ ਹਦੂਰਾ। ਕਰਨਹਾਰ ਸਭ ਕੁਝ ਕਰਨ ਦੇ ਸਮਰੱਥ ਉਹ ਪਰਮਾਤਮਾ ਸਦਾ ਹੀ ਸਾਡੇ ਹਦੂਰ ਵਸਦਾ ਹੈ, ਸਦਾ ਹੀ ਸਾਡੇ ਅੰਗ ਸੰਗ ਵਸਦਾ ਹੈ। ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਹੇ ਨਾਨਕ, ਇਹ ਗੱਲ ਮੇਰਾ ਪੂਰਾ ਸਤਿਗੁਰੂ ਮੈਨੂੰ ਦੱਸਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 188ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇੱਕ ਬੜਾ ਹੀ ਮਹੱਤਵਪੂਰਨ ਲੈਸਨ, ਬੜੀ ਹੀ ਮਹੱਤਵਪੂਰਨ ਸਿੱਖਿਆ ਸਾਨੂੰ ਇਹ ਮਿਲੀ ਹੈ ਕਿ ਇਸ ਜਗਤ ਦੇ ਵਿੱਚ ਸੰਪੂਰਨ ਸਿਰਫ ਉਸ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਦੇ ਨਾਮ ਦੇ ਵਿੱਚ ਜੁੜਿਆਂ ਜੋ ਕੁਝ ਵੀ ਅਸੀਂ ਮਹਿਸੂਸ ਕਰਦੇ ਹਾਂ, ਜਿਹੜੀਆਂ ਵੀ ਭਾਵਨਾਵਾਂ ਦਾ ਅਹਿਸਾਸ ਅਸੀਂ ਕਰਦੇ ਹਾਂ, ਉਹ ਸੰਪੂਰਨ ਹੁੰਦੀਆਂ ਨੇ ਅਤੇ ਦੁਨਿਆਵੀ ਚੀਜ਼ਾਂ ਜਾਂ ਦੁਨਿਆਵੀ ਪਸਾਰਿਆਂ ਦੇ ਵਿੱਚੋਂ ਜੋ ਕੁਝ ਵੀ ਅਸੀਂ ਅਹਿਸਾਸ ਮਹਿਸੂਸ ਕਰਦੇ ਹਾਂ, ਉਹ ਅਸਥਾਈ ਹੁੰਦਾ ਹੈ। ਜਦ ਤੱਕ ਅਸੀਂ ਖੇਡ ਰਹੇ ਹਾਂ, ਅਸੀਂ ਆਨੰਦ ਦੇ ਵਿੱਚ ਹਾਂ। ਜਦੋਂ ਹੀ ਖੇਡ ਛੱਡੀ ਤਾਂ ਚਿੰਤਾ ਸਾਨੂੰ ਵਿਆਪ ਪੈਂਦੀ ਹੈ। ਦੂਜੀ ਮਹੱਤਵਪੂਰਨ ਗੱਲ ਜੋ ਅਸੀਂ ਸਿੱਖੀ ਹੈ ਉਹ ਇਹ ਹੈ ਕਿ ਜ਼ਿੰਦਗੀ ਭਰ ਜ਼ਮੀਨਾਂ ਜਾਇਦਾਦਾਂ ਦੇ ਝਗੜਿਆਂ ਦੇ ਵਿੱਚ ਅਸੀਂ ਪਏ ਰਹਿੰਦੇ ਹਾਂ। ਇਸ ਪ੍ਰਕਾਰ ਅਸੀਂ ਆਪਣੀ ਆਤਮਿਕ ਅਡੋਲਤਾ ਦਾ ਬਹੁਤ ਵੱਡਾ ਨੁਕਸਾਨ ਕਰਦੇ ਹਾਂ, ਉਹ ਵੀ ਇਹ ਸਭ ਕੁਝ ਜਾਣਦੇ ਹੋਏ ਕਿ ਅੰਤ ਨੂੰ ਇਹ ਜ਼ਮੀਨਾਂ ਜਾਇਦਾਦਾਂ ਇੱਥੇ ਹੀ ਛੱਡ ਕੇ ਅਸੀਂ ਚਲੇ ਜਾਣੀਆਂ ਨੇ। ਸੋ ਇਹਨਾਂ ਗੱਲਾਂ ਨੂੰ ਚੇਤੇ ਦੇ ਵਿੱਚ ਰੱਖੀਏ, ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾਈਏ, ਗੁਰੂ ਦੀ ਬਾਣੀ ਦੇ ਨਾਲ ਇਸੇ ਪ੍ਰਕਾਰ ਹੀ ਜੁੜੇ ਰਹੀਏ। ਵੀਡੀਓ ਨੂੰ ਅੰਤ ਤੱਕ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।